ਅਸਲਾਮ ਵਾਲੇਕਮ। ਗੱਲ ਵੇਲੇ ਦੀ ਨਾਲ ਮੈਂ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਸੰਗੀ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਅੱਜ ਦੀ ਗੱਲ ਵੇਲੇ ਦੇ ਵਿੱਚ ਚਿਕਨ, ਬਰਾਇਲਰ ਮੁਰਗੀ ਉਹਦੇ ਉੱਤੇ ਗੱਲ ਹੋਏਗੀ। ਪਿਛਲੇ ਕੁਛ ਦਿਨਾਂ ਦੇ ਉੱਤੋਂ ਬੜਾ ਵਾਵੇਲਾ ਮੱਚਿਆ ਹੈ ਪੂਰੀ ਸੋਸ਼ਲ ਮੀਡੀਆ ਦੇ ਉੱਪਰ ਬਰਾਇਲਰ ਨੂੰ ਲੈ ਕੇ। ਉਹਦੀ ਵਜ੍ਹਾ ਅੱਜ ਦੇ ਮਾਡਰਨ ਇੱਕ ਮੌਲਵੀ ਸਾਹਿਬ ਨੇ ਫਤਵਾ ਦਿੱਤਾ ਕਿ ਜਨਾਬ, ਮੁਫਤੀ ਤੇ ਨਹੀਂ ਹੈ ਖੈਰ, ਲੇਕਿਨ ਉਹਨਾਂ ਨੇ ਫਤਵਾ ਝਾੜ ਦਿੱਤਾ। ਅੱਜ ਕੱਲ੍ਹ ਤੁਹਾਨੂੰ ਪਤਾ ਫਤਵੇ ਨਾਲੋਂ ਵੀ ਜ਼ਿਆਦਾ ਅਸਰ ਹੈ ਯੂਟਿਊਬ ਤੇ ਵੀਡੀਓਜ਼ ਦਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਇਨਫਲੂਐਂਸਰ ਨੇ ਉਹਨਾਂ ਦੀ ਵੀਡੀਓਜ਼ ਦਾ ਹੁੰਦਾ ਹੈ। ਤੇ ਉਹ ਮੁਫਤੀ ਸਾਹਿਬ ਕਹਿੰਦੇ ਨੇ ਜਨਾਬ, ਇਹ ਜਿਹੜੀ ਬਰਾਇਲਰ ਮੁਰਗੀਆਂ ਨੇ ਤੇ ਹਰਾਮ ਹੈ। ਅੱਛਾ ਜੀ, ਕਿਉਂ ਹਰਾਮ ਹੈ? ਇਹ ਚੂੰਕਿ ਇਹਦੇ ਖਾਣਾ ਜਿਹੜਾ ਨਾ ਉਹ ਮੁਤਹਰ ਵੀ ਨਹੀਂ ਹੈ, ਉਹ ਪਾਕ ਵੀ ਨਹੀਂ ਹੈ। ਯਾਨੀ ਉਹਦੀ ਫੀਡ ਜਿਹੜੀ ਹੈ, ਉਹਦੇ ਜਿਹੜੇ ਇੰਗਰੀਡੀਐਂਟਸ ਨੇ ਉਹ ਮੁਤਹਰ ਵੀ ਨਹੀਂ ਹੈ ਔਰ ਪਾਕ ਵੀ ਨਹੀਂ ਹੈ। ਰਹੀ ਸਹੀ ਕਸਰ ਸਾਡੇ ਇੱਕ ਆਪਣਾ ਡਾਕਟਰ ਅਫਾਨ ਕੈਸਰ ਸਾਹਿਬ ਨੇ, ਉਹ ਜਿਹੜੇ ਕਿ ਕੱਲ੍ਹ ਤੱਕ ਜਿਗਰ ਦਾ ਇਲਾਜ ਕਰਦੇ ਸੀ, ਅੱਜ ਕੱਲ੍ਹ ਉਹ ਮਾਹਿਰ ਗਜ਼ਾਈਆਤ ਵੀ ਨੇ, ਮਾਹਿਰ ਨਫਸੀਆਤ ਵੀ ਨੇ ਔਰ ਪਤਾ ਨਹੀਂ ਕੀ ਕੁਛ ਨੇ। ਉਹਨਾਂ ਵੀ ਇਸ ਗੱਲ ਦੇ ਉੱਤੇ ਆਪਣਾ ਹਿੱਸਾ ਪਾਉਣਾ ਸਵਾਬ ਦਾ ਕੰਮ ਸਮਝਿਆ। ਗੱਲ ਮੈਂ ਸਿਰਫ ਇਹ ਕਰਾਂਗਾ ਕਿ ਦੇਖੋ, ਪਹਿਲੀ ਗੱਲ ਤਾਂ ਇਹ ਵੇ ਕਿ ਤੁਸੀਂ ਕਿਸੇ ਵੀ ਚੀਜ਼ ਦੇ ਬਾਰੇ ਰਾਏ ਦੇਣ ਤੋਂ ਪਹਿਲਾਂ ਤੁਹਾਨੂੰ ਕਮ ਅਜ਼ ਕਮ ਉਸ ਦੇ ਬਾਰੇ ਤਹਿਕੀਕ ਕਰਨੀ ਚਾਹੀਦੀ ਹੈ। ਮੈਂ ਪਿਛਲੇ 20 ਸਾਲ ਤੋਂ ਪੋਲਟਰੀ ਇੰਡਸਟਰੀ ਦੇ ਨਾਲ ਵਾਬਸਤਾ ਵਾਂ ਅਤੇ ਅਸੀਂ ਉਤਾਰ ਚੜਾਓ ਸਾਰੇ ਦੇਖੇ ਨੇ, ਲੇਕਿਨ ਅੱਜ ਤੱਕ ਕੋਈ ਐਸੀ ਚੀਜ਼ ਨਹੀਂ ਸਾਹਮਣੇ ਨਜ਼ਰ ਆਉਂਦੀ ਆਈ ਕਿ ਹਾਂ ਜੀ ਕੋਈ ਐਸੀ ਚੀਜ਼ ਹਰਾਮ ਜਾਂ ਮਮਨੂਆ ਚੀਜ਼ ਜਿਹੜੀ ਕਿ ਮੁਰਗੀਆਂ ਨੂੰ ਖਿਲਾ ਕੇ ਉਹਨਾਂ ਨੂੰ ਪਾਲਿਆ ਜਾਏ ਪਾਕਿਸਤਾਨ ਦੇ ਅੰਦਰ। ਔਰ ਬਾਕਾਇਦਾ ਇਹਦੀ ਬਾਡੀਜ਼ ਨੇ, ਰੈਗੂਲੇਟਰੀ ਬਾਡੀਜ਼ ਨੇ, ਤੁਹਾਡਾ ਮਹਿਕਮਾ ਫੂਡ ਹੈ ਜਿਹੜਾ ਹਰ ਚੀਜ਼ ਮੋਨੀਟਰ ਕਰਦਾ। ਅਗਲੀ ਗੱਲ ਇਹ ਵੇ ਕਿ ਮੁਤਹਰ ਔਰ ਪਾਕ ਦੀ ਜਿਹੜੀ ਉਹਨਾਂ ਡੈਫੀਨੇਸ਼ਨ ਕੀਤੀ ਹੈ, ਪਹਿਲਾਂ ਤਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਮੁਤਹਰ ਜਾਂ ਪਾਕ ਤੋਂ ਕੀ ਮੁਰਾਦ ਲੈਣਾ ਚਾਹ ਰਹੇ ਨੇ। ਲੇਕਿਨ ਮੈਂ ਇਹ ਕਹਿ ਦਿਆਂਗਾ ਕਿ ਜਿੰਨਾ ਵੀ ਮੀਲ ਫੀਡ ਦੇ ਅੰਦਰ ਜੋ ਇੰਗਰੀਡੀਐਂਟਸ ਇਸਤੇਮਾਲ ਹੁੰਦੇ ਨੇ ਉਹ ਸਾਰੇ ਮੁਤਹਰ ਵੀ ਨੇ, ਪਾਕ ਵੀ ਨੇ ਔਰ ਆਮ ਇਨਸਾਨਾਂ ਦੇ ਇਸਤੇਮਾਲ ਵਾਲੀਆਂ ਚੀਜ਼ਾਂ ਨੇ, ਯਾਨੀ ਪ੍ਰੋਟੀਨ ਦਾ ਸੋਰਸ ਨੇ, ਜਿਹਦੇ ਵਿੱਚ ਮੱਕੀ ਹੈ, ਚਾਵਲ ਹੈ। ਅੱਛਾ, ਇਸੇ ਤਰ੍ਹਾਂ ਹੀ ਹੋਰ ਅੱਛਾ, ਜਿਹਦੇ ਵਿੱਚ ਤੁਹਾਨੂੰ ਅਗਰ ਫਰਜ਼ ਕਰੋ ਉਹਨਾਂ ਦੇ ਵਿੱਚ ਵਿਟਾਮਿਨ ਦੀ ਕੋਈ ਕਮੀ ਹੋਏਗੀ ਤਾਂ ਉਹ ਵਿਟਾਮਿਨਸ ਵੀ ਨੇ। ਲਿਹਾਜ਼ਾ ਇੱਕ ਮਤਵਾਜ਼ਨ ਗਜ਼ਾ ਬਣਾ ਕੇ ਮੁਰਗੀਆਂ ਨੂੰ ਖਿਲਾਈ ਜਾਂਦੀ, ਜਿਹਦੀ ਵਜ੍ਹਾ ਤੋਂ ਉਹਨਾਂ ਦਾ ਟਾਈਮ ਪੀਰੀਅਡ ਬਹੁਤ ਘੱਟ ਹੁੰਦਾ ਹੈ, ਜਿਹਦੇ ਵਿੱਚ ਮੁਰਗੀ ਤਿਆਰ ਹੋ ਜਾਂਦੀ ਹੈ। ਅੱਛਾ, ਦੂਸਰੀ ਵਜ੍ਹਾ ਇਹ ਹੁੰਦੀ ਹੈ ਕਿ ਉਹਨਾਂ ਨੂੰ ਕੰਟਰੋਲ ਟੈਂਪਰੇਚਰ ਦਿੱਤਾ ਜਾਂਦਾ ਹੈ, ਯਾਨੀ ਜਿਹੜਾ ਟੈਂਪਰੇਚਰ ਆਮ ਇਨਸਾਨ ਨੂੰ ਵੀ ਸ਼ਾਇਦ ਦਸਤਿਆਬ ਨਾ ਹੋਏ, ਕਿ ਉਹਨਾਂ ਨੂੰ ਅਗਰ ਟੈਂਪਰੇਚਰ ਚਾਹੀਦਾ ਹੈ 30-32 ਟੈਂਪਰੇਚਰ ਚਾਹੀਦਾ ਤਾਂ ਓਨਾ ਹੀ ਮਿਲੇਗਾ। ਇਹ ਨਹੀਂ ਹੈ ਕਿ ਗਰਮੀ ਹੈ ਤਾਂ ਅਖੀਰ ਗਰਮੀ ਹੈ, ਸਰਦੀ ਹੈ ਤਾਂ ਅਖੀਰ ਸਰਦੀ ਹੈ। ਸੋ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ, ਇਨਵਾਇਰਨਮੈਂਟ ਵੀ ਪ੍ਰੋਪਰ ਮਿਲਦਾ ਔਰ ਡਾਈਟ ਵੀ ਅੱਛੀ ਮਿਲਦੀ ਹੈ, ਜਿਹਦੀ ਵਜ੍ਹਾ ਤੋਂ ਮੁਰਗੀ ਟਾਈਮਲੀ ਗਰੋ ਕਰ ਜਾਂਦੀ। ਦੂਸਰੀ ਬਾਤ ਇਹ ਵੇ ਕਿ ਮੈਂ ਜਿਹੜਾ ਉਹਨਾਂ ਫਤਵਾ ਦਿੱਤਾ ਉਹਦੇ ਹਵਾਲੇ ਨਾਲ ਮੈਂ ਥੋੜ੍ਹਾ ਜਿਹਾ ਇਹ ਕਹਿਣਾ ਚਾਹਾਂਗਾ। ਇਹ ਫਤਵਾ ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਵੇਂ ਅੱਜ ਤੋਂ ਕੁਛ ਅਰਸਾ ਪਹਿਲੇ ਜਦੋਂ ਜ਼ਮਾਨਾ ਜਾਹਲੀਅਤ ਦੇ ਵਿੱਚ ਕੁਛ ਲੋਕਾਂ ਨੇ ਫਤਵਾ ਦਿੱਤਾ ਸੀ, ਜਨਾਬ ਗੱਲ ਇਹ ਵੇ ਕਿ ਅਲਟਰਾਸਾਊਂਡ ਕਰਾਉਣਾ ਹਰਾਮ ਹੈ। ਅੱਛਾ, ਇੱਕ ਜ਼ਮਾਨੇ ਦੇ ਵਿੱਚ ਇਸ ਮੁਰਗੀ ਨੂੰ ਇਸ ਵਾਸਤੇ ਹਰਾਮ ਕਰਾਰ ਦੇ ਦਿੱਤਾ ਗਿਆ ਸੀ ਕਿ ਜਨਾਬ ਇਹਦਾ ਮਾਂ ਪਿਓ ਹੀ ਕੋਈ ਨਹੀਂ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਹੈ ਨਾ, ਜਿਹੜੀ ਵੀ ਜਾਨਦਾਰ ਚੀਜ਼ ਹੈ ਉਹ ਜੋੜੇ ਤੋਂ ਹੀ ਪੈਦਾ ਹੁੰਦੀ ਹੈ, ਅਤੇ ਇਹਨਾਂ ਮੁਰਗੀਆਂ ਦਾ ਵੀ ਮਾਂ ਪਿਓ ਹੁੰਦਾ ਹੈ। ਖਾਸ ਤੌਰ 'ਤੇ ਉਹ ਚੂਜ਼ਾ ਜਿਹੜਾ ਮਸ਼ੀਨਾਂ 'ਚੋਂ ਨਿਕਲਦਾ ਸੀ, ਉਹ ਇਹ ਸਮਝਦੇ ਸੀ ਕਿ ਸ਼ਾਇਦ ਇਹਦਾ ਮਾਂ ਪਿਓ ਹੈ ਨਹੀਂ, ਹਾਲਾਂਕਿ ਪਿੱਛੇ ਉਹਦੇ ਵੀ ਗ੍ਰੈਂਡ ਪੇਰੈਂਟ ਸਾਰਾ ਮਾਂ ਪਿਓ ਵਾਲਾ ਸੀਨ ਹੁੰਦਾ ਹੈ। ਜਿਸ ਅੰਡੇ ਨੂੰ ਜਾਂ ਕ੍ਰਾਸ ਨਾ ਕੀਤਾ ਹੋਏ ਮੁਰਗੇ ਨੇ, ਉਹ ਚੂਜ਼ਾ ਪੈਦਾ ਕਰਨ ਦੀ ਸਲਾਹੀਅਤ ਅੰਡਾ ਨਹੀਂ ਰੱਖਦਾ। ਬਾਹਰ ਗਿਆ ਵੀ ਲੰਬੀ ਬਹਿਸ ਹੋ ਜਾਏਗੀ। ਮੈਂ ਸਿਰਫ ਇਹ ਗੱਲ ਕਰਨਾ ਚਾਹਾਂਗਾ, ਇਹ ਫਤਵਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਜਿਹੜੇ ਮੌਲਵੀ ਹਜ਼ਰਾਤ ਪਹਿਲੇ ਕਹਿੰਦੇ ਹੁੰਦੇ, ਚੂँਕਿ ਤਹਿਕੀਕ ਹੁੰਦੀ ਨਹੀਂ, ਅਤੇ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਹਦੇ ਵਿੱਚ ਕੋਈ ਵੀ ਐਸੀ ਮਮਨੂਆ ਚੀਜ਼ ਨਹੀਂ ਹੈ ਕਿ ਜਿਹੜੀ ਤੁਹਾਨੂੰ ਪਰੇਸ਼ਾਨ ਕਰੇ ਕਿ ਹਾਂ ਯਾਰ ਕਿਤੇ ਐਸਾ ਤਾਂ ਨਹੀਂ ਹੈ, ਹਰਾਮ ਹੈ। ਇਹ ਉਹਨਾਂ ਲੋਕਾਂ ਨੇ ਆਪਣੀ ਵਿਊਅਰਸ਼ਿਪ ਵਾਸਤੇ ਜੋ ਵੀ ਕੀਤਾ ਗਲਤ ਕੀਤਾ। ਦੂਸਰੀ ਬਾਤ ਇਹ ਵੀ ਕਿ ਫਤਵਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਫਤਵਾ ਹੈ ਕਿ ਜਿਹੜੇ ਕੱਲ੍ਹ ਤੱਕ ਸਪੀਕਰ ਨੂੰ ਕਹਿੰਦੇ ਸੀ ਕਿ ਸ਼ੈਤਾਨ ਦੀ ਆਵਾਜ਼ ਹੈ, ਅੱਜ ਸਭ ਤੋਂ ਜ਼ਿਆਦਾ ਸਪੀਕਰ ਉਹ ਇਸਤੇਮਾਲ ਕਰਦੇ ਨੇ। ਕੱਲ੍ਹ ਤੱਕ ਜਿਹੜੇ ਆਪਣੀ ਤਸਵੀਰ ਬਣਾਉਣ ਦੇ ਉੱਤੇ ਇਤਨੇ ਬੜੇ ਬੜੇ ਫਤਵੇ ਦਿੰਦੇ ਸੀ, ਅੱਜ ਸਭ ਤੋਂ ਵੱਡੀਆਂ ਸ਼ਕਲਾਂ ਉਹਨਾਂ ਦੀਆਂ ਇਸ਼ਤਿਹਾਰਾਂ ਦੇ ਉੱਤੇ, ਬੈਨਰਾਂ ਦੇ ਉੱਤੇ ਨਜ਼ਰ ਆਉਂਦੀਆਂ। ਇਸੇ ਤਰੀਕੇ ਦੇ ਨਾਲ ਹੀ ਜਿਹੜੇ ਕੱਲ੍ਹ ਤੱਕ ਵੀਡੀਓਜ਼ ਨੂੰ ਹਰਾਮ ਕਰਾਰ ਦਿੰਦੇ ਸੀ, ਉਹ ਅੱਜ ਸਭ ਤੋਂ ਜ਼ਿਆਦਾ ਟਿਕਟੋਕ ਹੋਏ ਜਾਂ ਜਿਤਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਬੜੀ ਬੜੀ ਵੀਡੀਓਜ਼ ਦੇ ਅੰਦਰ ਉਹ ਤੁਹਾਨੂੰ ਨਜ਼ਰ ਆਉਣਗੇ ਆਪਣਾ ਭਾਸ਼ਣ ਝਾੜਦੇ ਹਨ। ਈਵਨ ਇਹ ਜਿਹੜੇ ਲੇਟੈਸਟ ਔਰ ਮਾਡਰਨ ਦੌਰ ਦੇ ਮੁਫਤੀ ਸਾਹਿਬ ਨੇ, ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਬਗੈਰ ਸੋਚੇ ਸਮਝੇ, ਉਹਨਾਂ ਨੇ ਵੀ ਇਹਨਾਂ ਹੀ ਪਲੇਟਫਾਰਮਾਂ ਨੂੰ ਯੂਜ਼ ਕਰਦਿਆਂ ਹੋਇਆਂ ਆਪਣਾ ਬਿਆਨ ਜਾਰੀ ਕੀਤਾ, ਜਿਹਦੇ ਉੱਤੇ ਕਾਫੀ ਬਹਿਸ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ। ਬਹੁਤ ਸਾਰੇ ਸਾਡੇ ਜਿਹੜੇ ਮਾਹਿਰ ਨੇ ਇਸ ਸ਼ੋਬੇ ਦੇ ਹਵਾਲੇ ਦੇ ਨਾਲ, ਉਹਨਾਂ ਨੇ ਵੀ ਜਵਾਬ ਦਿੱਤਾ। ਲੇਕਿਨ ਮੈਂ ਇੱਕ ਅਦਨਾ ਜੇ ਤਾਲਬ ਇਲਮ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਕਰਨਾ ਚਾਹੁੰਦਾ ਸੀ, ਕਿਉਂਕਿ ਮੇਰਾ ਵੀ ਕਾਫੀ ਟਾਈਮ ਤੋਂ ਇਸ ਇੰਡਸਟਰੀ ਦੇ ਨਾਲ ਤਾਲੁਕ ਹੈ। ਲਿਹਾਜ਼ਾ ਮੈਂ ਸਿਰਫ ਇਹ ਗੁਜ਼ਾਰਿਸ਼ ਕਰਾਂਗਾ ਕਿ ਦੇਖੋ, ਮੀਡੀਆ ਇਨਫਲੂਐਂਸਰ ਹੋਣ ਦੀ ਵਜ੍ਹਾ ਤੋਂ, ਸੋਸ਼ਲ ਮੀਡੀਆ ਇਨਫਲੂਐਂਸਰ ਹੋਣ ਦੀ ਵਜ੍ਹਾ ਤੋਂ ਤੁਹਾਨੂੰ ਇਹ ਲਾਜ਼ਮੀ ਸੋਚਣਾ ਚਾਹੀਦਾ ਕਿ ਤੁਸੀਂ ਇਤਨੀ ਬੜੀ ਇੰਡਸਟਰੀ ਨੂੰ ਜਦੋਂ ਟਾਰਗੇਟ ਕਰਦੇ ਹੋ ਅਤੇ ਤੁਹਾਡੇ ਲੱਖਾਂ ਕਰੋੜਾਂ ਦੇਖਣ ਵਾਲੇ ਜਿਹੜੇ ਨੇ ਉਹ ਆਪਣੀ ਇੱਕ ਰਾਏ ਕਾਇਮ ਕਰਦੇ ਨੇ, ਜਿਹੜਾ ਕਿ ਮੁਲਕੀ ਮਈਸ਼ਤ ਵਾਸਤੇ
ਨਾ ਸਿਰਫ ਨੁਕਸਾਨ ਦੇਵੇ ਬਲਕਿ ਜਿਹੜੇ ਬਹੁਤ ਸਾਰੇ ਲੋਕਾਂ ਦਾ ਇਸ ਇੰਡਸਟਰੀ ਦੇ ਨਾਲ ਰੋਜ਼ਗਾਰ ਜੁੜਿਆ ਉਹ ਉਹਨਾਂ ਦੇ ਵਾਸਤੇ ਵੀ ਇਹ ਨੁਕਸਾਨਦੇਹ ਸਾਬਤ ਹੋ ਸਕਦਾ। ਤੇ ਆਮ ਲੋਕਾਂ ਵਾਸਤੇ ਮੇਰੀ ਗੁਜ਼ਾਰਿਸ਼ ਇਹ ਵੇ ਕਿ ਅਗਰ ਤੁਹਾਨੂੰ ਐਸਾ ਹੀ ਲੱਗਦਾ ਨਾ ਕਿ ਜੀ ਮੁਤਹਰ ਜਾਂ ਪਾਕ ਜਾਂ ਦੂਸਰੀ ਤੀਸਰੀ, ਤੇ ਉਹਨਾਂ ਸਿਰਫ ਟਾਰਗੇਟ ਬਰਾਇਲਰ ਨੂੰ ਕਿਉਂ ਕੀਤਾ, ਇਹਦੇ ਪਿੱਛੇ ਵੀ ਕੋਈ ਏਜੰਡਾ ਹੋ ਸਕਦਾ। ਵਜ੍ਹਾ ਇਹ ਵੇ ਕਿ ਜਿਹੜੀ ਦੇਸੀ ਮੁਰਗੀ ਹੈ ਉਹ ਕਿਹੜਾ ਇਹਨਾਂ ਨੂੰ ਪੁੱਛ ਕੇ ਖਾਂਦੀ ਹੈ ਕਿ ਜੀ ਅਸੀਂ ਇਹ ਪਾਕ ਖਾ ਲਈਏ ਜਾਂ ਨਾਪਾਕ ਖਾ ਲਈਏ। ਘਰੋਂ ਅਗਰ ਤੁਸੀਂ ਦਾਣਾ ਦੁਣਕਾ ਉਹਨੂੰ ਪਾਉਂਦੇ ਵੀ ਤਾਂ ਬਾਹਰ ਗਲੀਆਂ ਵਹਿਣੀਆਂ ਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਜਾ ਕੇ ਚੁੱਕ ਕੇ ਆਉਂਦੀ ਹੈ, ਕੀੜੇ ਖਾਂਦੀ ਹੈ, ਮਕੌੜੇ ਖਾਂਦੀ ਹੈ। ਭਈ ਉਹਨਾਂ ਦੀ ਡਾਇਟ ਹੀ ਇਹ ਵੀ, ਕੀ ਕਰੀਏ ਹੁਣ। ਅੱਛਾ, ਉਹ ਵਹਿਣੀ ਦੇ ਵਿੱਚੋਂ ਵੀ ਗਲਾਸਤ ਵੀ ਖਾ ਕੇ ਆ ਜਾਂਦੀ ਹੈ। ਉੱਥੇ ਤੇ ਨਹੀਂ ਮਤਲਬ ਉੱਥੇ ਕੋਈ ਇਹਨਾਂ ਦਾ ਕੋਈ ਐਸਾ ਤੇ ਨਹੀਂ ਹੈ ਕਿ ਉਹਨੂੰ ਕੰਟਰੋਲ ਕੀਤਾ ਜਾ ਸਕੇ। ਇਸੇ ਤਰ੍ਹਾਂ ਮੇਰਾ ਦੂਸਰਾ ਸਵਾਲ ਇਹ ਵੇ ਕਿ ਜਿਹੜੀ ਫਿਸ਼ ਹੈ ਵਾਈਟ ਮੀਟ ਦੇ ਵਿੱਚ, ਤੁਹਾਨੂੰ ਪਤਾ ਕਿ ਇਸ ਟਾਈਮ ਦੁਨੀਆ ਦੇ ਅੰਦਰ ਜਿਤਨੇ ਵੀ ਬੜੇ ਬੜੇ ਡਾਕਟਰ ਨੇ ਉਹ ਕਹਿੰਦੇ ਨੇ ਵਾਈਟ ਮੀਟ ਇਸਤੇਮਾਲ ਕਰੋ, ਤਾਂ ਕਿ ਇਹ ਇੱਕ ਤੇ ਵੇਜ਼ੋਦ ਹਜ਼ਮ ਹੈ, ਜਲਦੀ ਹਜ਼ਮ ਹੋ ਜਾਂਦਾ। ਦੂਸਰਾ ਇਹ ਹਰ ਉਮਰ ਦਾ ਫਰਦ ਜਿਹੜਾ ਇਹਨੂੰ ਲੈ ਸਕਦਾ, ਬੱਚਾ ਹੋਏ, ਜਵਾਨ ਹੋਏ, ਬੁੜਾ ਹੋਏ। ਤੇ ਵਾਈਟ ਮੀਟ ਦੇ ਵਿੱਚ ਤੁਹਾਡੀ ਮੁਰਗੀ ਆਉਂਦੀ ਔਰ ਆਫ ਕੋਰਸ ਫਿਸ਼ ਆਉਂਦੀ। ਤੇ ਰਹੀ ਗੱਲ ਮਛਲੀ ਦੀ, ਤੇ ਮਛਲੀ ਵੀ ਦਰਿਆ ਦੇ ਅੰਦਰ ਜਾਂ ਸਮੁੰਦਰ ਦੇ ਅੰਦਰ ਇਹਨਾਂ ਨੂੰ ਪੁੱਛ ਕੇ ਤੇ ਨਹੀਂ ਖਾਂਦੀ ਕਿ ਮੈਂ ਹੁਣ ਕੀ ਖਾਵਾਂ ਜਾਂ ਕੀ ਨਾ ਖਾਵਾਂ। ਸੋ ਲਿਹਾਜ਼ਾ ਉਹਨਾਂ ਦੇ ਖਾਣ ਦੇ ਉੱਤੇ ਸਾਨੂੰ ਪਾਬੰਦੀ ਨਹੀਂ ਲਾਉਣੀ ਚਾਹੀਦੀ। ਸਾਨੂੰ ਇਹ ਦੇਖਣਾ ਚਾਹੀਦਾ ਕਿ ਆਇਆ ਜਿਹੜਾ ਇਹ ਪ੍ਰੋਸੈਸ ਇਹਦੇ ਵਿੱਚ ਕੋਈ ਐਸੀ ਮਮਨੂਆ ਚੀਜ਼ ਤੇ ਨਹੀਂ ਹੈ, ਔਰ ਫਿਰ ਬਾਕਾਇਦਾ ਅਦਾਰੇ ਮੌਜੂਦ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਮੋਨੀਟਰ ਕਰਦੇ ਨੇ। ਐਵੇਂ ਕੋਈ ਵੀ ਬੰਦਾ ਮੂੰਹ ਚੁੱਕ ਕੇ ਕੋਈ ਵੀ ਫਤਵਾ ਨਹੀਂ ਦੇ ਸਕਦਾ। ਲਿਹਾਜ਼ਾ ਤੁਹਾਡੇ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਇਹ ਹੈ ਕਿ ਤੁਸੀਂ ਇੰਜੋਏ ਕਰੋ ਇਹਨੂੰ। ਇਹ ਪ੍ਰੋਟੀਨ ਦਾ ਇੱਕ ਸਸਤਾ ਸੋਰਸ ਹੈ। ਅਗਰ ਬੱਚੇ ਨੇ ਉਹਨਾਂ ਨੂੰ ਖਿਲਾਓ, ਬੂढ़े ਨੇ, ਜਵਾਨ ਨੇ, ਔਰ ਅਗਰ ਕੋਈ ਨਹੀਂ ਖਾ ਸਕਦਾ ਤਾਂ ਉਹਨਾਂ ਨੂੰ ਭਾਈ ਇਹਦੀ ਯਖਨੀ ਬਣਾ ਕੇ ਪਿਲਾਓ। ਇਹਦੇ ਨਾਲ ਤੁਹਾਡੀ ਸਿਹਤ ਜ਼ਿਆਦਾ ਬਿਹਤਰ ਹੋਏਗੀ। ਤੇ ਬਾਕੀ ਜਿੱਥੇ ਜਿੱਥੇ ਵੀ ਉਹ ਹੱਸਦੇ ਰਹੋ ਵਸਦੇ ਰਹੋ, ਇਹਨਾਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ, ਵਰਨਾ ਬੜਾ ਹੀ ਉਹ ਉਸ ਕਿਸਮ ਦਾ ਜਾਰਹਾਨਾ ਜਵਾਬ ਵੀ ਦੇ ਸਕਦੇ ਸੀ। ਲੇਕਿਨ ਮੇਰਾ ਸਿਰਫ ਮੰਨਣਾ ਹੈ ਕਿ ਦੇਖੋ, ਅਫਵਾਹ ਸਾਜ਼ੀ ਤੋਂ ਪਰਹੇਜ਼ ਕਰਨਾ ਚਾਹੀਦਾ, ਔਰ ਇੱਕ ਜਾਇਜ਼ ਚੀਜ਼ ਨੂੰ ਤੁਸੀਂ ਮਨਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ, ਇਸ ਇੰਡਸਟਰੀ ਦੇ ਅੰਦਰ ਪੈਨਿਕ ਕਿਉਂ ਕ੍ਰੀਏਟ ਕਰਨਾ ਚਾਹੁੰਦੇ ਹੋ। ਸੋ ਭਾਈ ਜੀ, ਤੁਹਾਡੀ ਬੜੀ ਮਿਹਰਬਾਨੀ। ਤੁਸੀਂ ਲੋਕਾਂ ਦੇ ਰੋਜ਼ਗਾਰ ਦੇ ਪਿੱਛੇ ਕਿਉਂ ਪੈ ਜਾਂਦੇ ਹੋ ਆਪਣੇ ਚੰਦ ਵਿਊਅਰਸ ਦੇ ਚੱਕਰ ਦੇ ਵਿੱਚ, ਤੇ ਐਸਾ ਕੁਝ ਵੀ ਨਹੀਂ ਹੈ। ਔਰ ਇਹ ਅੱਜ ਤੋਂ 20 ਸਾਲ ਪਹਿਲੇ ਤੋਂ ਅਸੀਂ ਖਾਂਦੇ ਖਾਂਦੇ ਹੀ ਵੱਡੇ ਹੋ ਗਏ ਹਾਂ, ਕੁਝ ਵੀ ਨਹੀਂ ਹੋਇਆ। ਹੁਣ ਵੀ ਖਾਣ ਡਏ ਹਾਂ ਤੇ ਅੱਗੇ ਵੀ ਇਹ ਖਾਂਦੇ ਹੀ ਰਹਿਣੀ ਹੈ। ਲਿਹਾਜ਼ਾ ਤੁੰਨ ਕੇ ਖਾਓ, ਜਿੰਨੀ ਦਿਲ ਕਰਦਾ ਖਾਓ। ਇਹਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ। ਇਹ ਸਿਰਫ ਔਰ ਸਿਰਫ ਐਵੇਂ ਉਹ ਸੁਣੀ ਸੁਣਾਈ ਗੱਲ ਸਮਝ ਲਓ ਕਿ ਭਾਈ ਇਹਨੇ ਅੱਗੇ ਟੋਰ ਦਿੱਤੀ। ਔਰ ਮੈਨੂੰ ਉਮੀਦ ਹੈ ਕਿ ਉਹਨੇ ਬਹੁਤ ਜਲਦੀ ਰਜੂ ਵੀ ਕਰ ਲੈਣਾ, ਜਦੋਂ ਉਹਨਾਂ ਨੂੰ ਅਹਿਸਾਸ ਹੋਣਾ। ਰਜੂ ਕਰ ਕੀ ਲੈਣਾ, ਬਲਕਿ ਉਹ ਕੋਈ 2-4 ਕੜਾਈਆਂ ਖਾ ਵੀ ਬੈਠੇ ਹੋਣਗੇ। ਜਿੱਥੇ ਜਿੱਥੇ ਵੀ ਉਹ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ। ਆਪਣੇ ਇਸ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖ।